ਮੈਂ ਕਰੋੜਾਂ ਦੀ ਜਾਇਦਾਦ ਦੀ ਇਕੱਲੀ ਧੀ ਸੀ। ਪਾਪਾ ਨੇ ਮੇਰੇ ਲਈ ਇੱਕ ਮੱਧਵਰਗੀ ਪਰਿਵਾਰ ਦਾ ਮੁੰਡਾ ਲੱਭਿਆ ਤਾਂ ਜੋ ਉਹ ਮੇਰੀ ਇੱਜ਼ਤ ਕਰੇ। ਫਿਰ ਸਾਡਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਮੇਰੇ ਪਤੀ ਨੇ ਸਾਰਾ ਕਾਰੋਬਾਰ ਸੰਭਾਲ ਲਿਆ। ਇੱਕ ਦਿਨ ਅਚਾਨਕ ਪਤੀ ਆਪਣੀ ਵਿਧਵਾ ਭੈਣ ਘਰ ਲੈ ਆਇਆ। ਉਸ ਦੀ ਵਿਧਵਾ ਭੈਣ ਘਰ ਆਈ ਅਤੇ ਰਾਤ ਨੂੰ ਮੈਂ ਆਪਣੇ ਪਤੀ ਨੂੰ ਉਸ ਦੇ ਕਮਰੇ ਵਿੱਚ ਜਾਂਦੇ ਦੇਖਿਆ। ਇੱਕ ਦਿਨ ਮੈਂ ਰਾਤ ਨੂੰ ਆਪਣੇ ਪਤੀ ਦੇ ਪਿੱਛੇ ਗਈ ਅਤੇ ਉਸਨੇ ਆਪਣੀ ਭੈਣ ਨਾਲ ਜੋ ਕੀਤਾ, ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਗੱਲ 5 ਸਾਲ ਪੁਰਾਣੀ ਹੈ। ਮੇਰਾ ਪਤੀ ਦਫ਼ਤਰ ਗਿਆ ਸੀ ਅਤੇ ਮੈਂ ਘਰ ਹੀ ਸੀ। ਮੈਂ ਨੌਕਰਾਂ ਦੇ ਮਗਰ ਲੱਗ ਕੇ ਘਰ ਦਾ ਸਾਰਾ ਕੰਮ ਆਪਣੀ ਨਿਗਰਾਨੀ ਹੇਠ ਕਰਵਾ ਲੈਂਦੀ ਸੀ। ਮੈਨੂੰ ਆਰਾਮ ਨਾਲ ਬੈਠਣ ਦੀ ਆਦਤ ਨਹੀਂ ਸੀ। ਵਿਆਹ ਤੋਂ ਪਹਿਲਾਂ ਮੈਂ ਆਪਣੇ ਪਿਤਾ ਦਾ ਕਾਰੋਬਾਰ ਉਹਨਾਂ ਦੇ ਨਾਲ ਹੀ ਸੰਭਾਲਦੀ ਸੀ। ਵਿਆਹ ਤੋਂ ਬਾਅਦ ਮੈਂ ਆਪਣਾ ਘਰ ਸੰਭਾਲਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੇ ਆਪ ਨੂੰ ਫਿਰ ਤੋਂ ਕਾਰੋਬਾਰ ਵਿੱਚ ਜੜ ਲਿਆ ਸੀ। ਮੇਰਾ ਪਤੀ ਵਿਸ਼ਾਲ ਬਹੁਤ ਪੜ੍ਹਿਆ ਲਿਖਿਆ ਅਤੇ ਕਾਬਲ ਵਿਅਕਤੀ ਸੀ। ਉਸਨੇ ਪੂਰੇ ਕਾਰੋਬਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ ਅਤੇ ਮੈਨੂੰ ਸਾਰੀਆਂ ਚਿੰਤਾਵਾਂ ਤੋਂ ਮੁਕਤ ਕਰ ਦਿੱਤਾ। ਵਿਸ਼ਾਲ ਮੇਰੇ ਨਾਲ ਹੀ ਮੇਰੇ ਵੱਡੇ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਸੀ ਅਤੇ ਸਾਡੇ ਵਿਆਹ ਨੂੰ ਸਿਰਫ 4 ਮਹੀਨੇ ਹੀ ਹੋਏ ਸਨ। ਇਹ 4 ਮਹੀਨੇ ਮੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀਆਂ ਭਰੇ ਸਨ। ਵਿਸ਼ਾਲ ਨੇ ਮੇਰਾ ਬਹੁਤ ਖਿਆਲ ਰੱਖਿਆ। ਮੈਂ ਪੁੱਛ ਕੇ ਵਿਸ਼ਾਲ ਲਈ ਖਾਣਾ ਤਿਆਰ ਕਰਵਾਉਂਦੀ ਸੀ ਕਿਉਂਕਿ ਉਹ ਦੁਪਹਿਰ ਦੇ ਖਾਣੇ ਲਈ ਆਉਂਦਾ ਸੀ। ਵਿਸ਼ਾਲ ਦੇ ਆਉਣ ਤੋਂ ਪਹਿਲਾਂ ਮੈਂ ਤਿਆਰ ਹੋ ਗਈ। ਮੈਂ ਸੋਚਿਆ ਕਿ ਅੱਜ ਮੈਂ ਉਸ ਨੂੰ ਵਾਪਸ ਦਫ਼ਤਰ ਨਹੀਂ ਜਾਣ ਦੇਵਾਂਗੀ। ਮੈਂ ਉਸ ਨਾਲ ਕੁਝ ਖਰੀਦਦਾਰੀ ਲਈ ਜਾਵਾਂਗੀ। ਜਦੋਂ ਵਿਸ਼ਾਲ ਵਾਪਸ ਆਇਆ ਤਾਂ ਉਹ ਇਕੱਲਾ ਨਹੀਂ ਸੀ, ਸਗੋਂ ਉਸ ਦੇ ਨਾਲ ਇੱਕ ਔਰਤ ਵੀ ਸੀ। ਮੈਂ ਉਸ ਨੂੰ ਪਹਿਲੀ ਵਾਰ ਦੇਖ ਰਹੀ ਸੀ। ਵਿਸ਼ਾਲ ਨੇ ਮੈਨੂੰ ਦੱਸਿਆ ਕਿ ਉਸ ਦੀ ਵਿਧਵਾ ਭੈਣ ਅੰਜੂ ਹੈ, ਜੋ ਕਿ ਆਪਣੇ ਸਹੁਰਿਆਂ ਨਾਲ ਰਹਿ ਰਹੀ ਸੀ, ਪਰ ਹੁਣ ਉਹਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਵਿਸ਼ਾਲ ਤੋਂ ਇਲਾਵਾ ਉਸ ਦਾ ਕੋਈ ਨਹੀਂ ਹੈ। ਇਸ ਲਈ ਉਹ ਅੰਜੂ ਨੂੰ ਜ਼ਬਰਦਸਤੀ ਸਾਡੇ ਘਰ ਲੈ ਆਇਆ ਤਾਂ ਜੋ ਉਹ ਸਾਡੇ ਨਾਲ ਰਹਿ ਸਕੇ। ਤੇ ਮੇਰੇ ਵੱਲ ਇੱਜ਼ਤ ਨਾਲ ਦੇਖਿਆ ਤੇ ਪੁੱਛਿਆ, ਜੇ ਮੈਂ ਆਪਣੀ ਭੈਣ ਨੂੰ ਆਪਣੇ ਘਰ ਰੱਖ ਲਵਾਂ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ? ਤੁਸੀਂ ਚਾਹੋ ਤਾਂ ਅਸੀਂ ਅੰਜੂ ਨੂੰ ਕਿਸੇ ਕੁਆਟਰ ਵਿੱਚ ਜਗ੍ਹਾ ਦੇ ਸਕਦੇ ਹਾਂ, ਪਰ ਮੇਰੀ ਭੈਣ ਦਾ ਮੇਰੇ ਸਿਵਾਏ ਹੋਰ ਕੋਈ ਸਹਾਰਾ ਨਹੀਂ। ਮੈਂ ਉਸ ਨੂੰ ਇਕੱਲਾ ਨਹੀਂ ਛੱਡ ਸਕਦਾ। ਸਮੇਂ ਨੇ ਪਹਿਲਾਂ ਹੀ ਉਸ ਨੂੰ ਬਹੁਤ ਮੁਸੀਬਤਾਂ ਦਿੱਤੀਆਂ ਹਨ ਅਤੇ ਉਹ ਜਵਾਨੀ ਵਿੱਚ ਆਪਣੇ ਪਤੀ ਤੋਂ ਵਿਛੋੜੇ ਦੀ ਇਕੱਲਤਾ ਝੱਲਣ ਲਈ ਮਜਬੂਰ ਹੈ। ਇਹ ਦੇਖ ਕੇ ਮੈਨੂੰ ਦੁੱਖ ਹੋਇਆ। ਵਿਸ਼ਾਲ ਦੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਮੈਂ ਵਿਸ਼ਾਲ ਨੂੰ ਕਿਹਾ, ਕੀ ਗੱਲ ਕਰ ਰਹੇ ਹੋ? ਤੇਰੀ ਭੈਣ ਵੀ ਮੇਰੇ ਵਰਗੀ ਲੱਗਦੀ ਹੈ ਤੇ ਮੈਂ ਆਪਣੀ ਭਾਬੀ ਨੂੰ ਕੁਆਟਰਾਂ ਵਿੱਚ ਥਾਂ ਕਿਉਂ ਦੇਵਾਂ? ਸਾਡੇ ਕੋਲ ਇੰਨਾ ਵੱਡਾ ਬੰਗਲਾ ਹੈ, ਕਈ ਕਮਰੇ ਖਾਲੀ ਪਏ ਹਨ। ਤੁਸੀਂ ਜੋ ਚਾਹੋ ਉਹ ਕਮਰਾ ਅੰਜੂ ਨੂੰ ਦੇ ਸਕਦੇ ਹੋ। ਮੇਰੀ ਗੱਲ ਸੁਣ ਕੇ ਵਿਸ਼ਾਲ ਦਾ ਚਿਹਰਾ ਚਮਕ ਉੱਠਿਆ। ਉਸਨੇ ਮੇਰਾ ਹੱਥ ਫੜ ਕੇ ਕਿਹਾ, ਪ੍ਰਗਿਆ, ਮੈਂ ਤੇਰਾ ਸਾਰੀ ਉਮਰ ਗੁਲਾਮ ਬਣ ਕੇ ਰਹਾਂਗਾ। ਮੈਂ ਉਸ ਨੂੰ ਕਿਹਾ ਕਿ ਜੇ ਤੁਸੀਂ ਇੱਕ ਵਾਰ ਵੀ ਅਜਿਹੀ ਗੱਲ ਕੀਤੀ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਗੁੱਸੇ ਹੋ ਜਾਣਾ। ਮੈਂ ਸਾਹਮਣੇ ਬੈਠੀ ਅੰਜੂ ਨੂੰ ਜੱਫੀ ਪਾ ਲਈ ਅਤੇ ਵਿਸ਼ਾਲ ਨੂੰ ਕਿਹਾ ਕਿ ਉਹ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾਵੇ। ਮੈਂ ਸਾਰਿਆਂ ਲਈ ਖਾਣਾ ਬਣਾਉਂਦੀ ਹਾਂ। ਵਿਸ਼ਾਲ ਨੇ ਅੰਜੂ ਨੂੰ ਸਾਡੇ ਨਾਲ ਵਾਲੇ ਕਮਰੇ ਵਿੱਚ ਜਗ੍ਹਾ ਦਿੱਤੀ। ਮੈਂ ਥੋੜੀ ਦੇਰ 'ਚ ਸਾਰਿਆਂ ਲਈ ਖਾਣਾ ਤਿਆਰ ਕਰ ਲਿਆ। ਵਿਸ਼ਾਲ ਅਤੇ ਅੰਜੂ ਖਾਣ ਲਈ ਆ ਗਏ। ਮੈਨੂੰ ਵਿਸ਼ਾਲ ਦੀ ਭੈਣ ਬਾਰੇ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵਿਸ਼ਾਲ ਨੇ ਵਿਆਹ ਤੋਂ ਲੈ ਕੇ ਅੱਜ ਤੱਕ ਆਪਣੀ ਕਿਸੇ ਭੈਣ ਦਾ ਜ਼ਿਕਰ ਕੀਤਾ ਸੀ। ਵਿਸ਼ਾਲ ਦੀ ਭੈਣ ਬਹੁਤ ਹੀ ਮਾਸੂਮ ਅਤੇ ਖੂਬਸੂਰਤ ਸੀ। ਸਿਰ ਝੁਕਾ ਕੇ ਖਾਣਾ ਖਾ ਰਹੀ ਸੀ ਤੇ ਮੈਂ ਅੰਦਰੋਂ ਅੰਦਰੀ ਸੋਚ ਰਹੀ ਸੀ ਕਿ ਇਸ ਗਰੀਬ ਬੰਦੇ ਦੇ ਤਕਲੀਫ ਨੇ ਕੀ ਤਸੀਹੇ ਦੇ ਦਿੱਤੇ ਹਨ। ਇਹ ਛੋਟੀ ਉਮਰ ਵਿੱਚ ਹੀ ਵਿਧਵਾ ਹੋ ਗਈ ਤੇ ਕੋਈ ਸਹਾਰਾ ਨਹੀਂ ਬਚਿਆ। ਕੁਝ ਸਮੇਂ ਬਾਅਦ ਜਦੋਂ ਵਿਸ਼ਾਲ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਅੱਜ ਤੱਕ ਤੁਸੀਂ ਕਦੇ ਵੀ ਮੇਰੇ ਨਾਲ ਕਿਸੇ ਭੈਣ ਦਾ ਜ਼ਿਕਰ ਨਹੀਂ ਕੀਤਾ। ਤੁਹਾਡੀ ਭੈਣ ਬਹੁਤ ਪਿਆਰੀ ਹੈ। ਹੁਣ ਜੇਕਰ ਤੁਸੀਂ ਮੈਨੂੰ ਇਸ ਬਾਰੇ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਨਿੱਜੀ ਤੌਰ ਤੇ ਉਸ ਨੂੰ ਪਹਿਲਾਂ ਹੀ ਰੱਖ ਲੈਂਦੇ। ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਅੰਜੂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਆਪਣੇ ਪਤੀ ਅਤੇ ਮਾਤਾ ਦੀ ਮੌਤ ਤੋਂ ਬਾਅਦ ਸਹੁਰੇ ਘਰ ਇਕੱਲੀ ਹੋ ਗਈ, ਜਿਸ ਕਾਰਨ ਉਸ ਦੀ ਭਾਬੀ ਉਸ ਨੂੰ ਬਹੁਤ ਤੰਗ ਕਰਦੀ। ਕੁਝ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਕਿ ਅੰਜੂ ਵਿਧਵਾ ਹੋ ਗਈ ਹੈ ਅਤੇ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਉਸ ਨੂੰ ਮਿਲਣ ਲਈ ਗਿਆ ਅਤੇ ਉਸ ਦੇ ਸਹੁਰਿਆਂ ਦਾ ਵਿਵਹਾਰ ਦੇਖ ਕੇ ਮੈਂ ਫੈਸਲਾ ਕੀਤਾ ਕਿ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਆਵਾਂਗਾ। ਮੈਂ ਵਿਸ਼ਾਲ ਦੇ ਮੋਢੇ ਤੇ ਸਿਰ ਕਰਦੇ ਹੋਏ ਕਿਹਾ, ਤੁਸੀਂ ਬਹੁਤ ਚੰਗੇ ਹੋ ਅਤੇ ਤੁਸੀਂ ਸਹੀ ਫੈਸਲਾ ਲਿਆ ਹੈ। ਤੇਰੀ ਭੈਣ ਨੂੰ ਸਾਡੇ ਘਰ ਕਦੇ ਕੋਈ ਸਮੱਸਿਆ ਨਹੀਂ ਆਵੇਗੀ। ਮੈਂ ਉਸ ਦਾ ਬਹੁਤ ਖਿਆਲ ਰੱਖਾਂਗੀ। ਵਿਸ਼ਾਲ ਨੇ ਮੁਸਕਰਾਉਂਦੇ ਹੋਏ ਕਿਹਾ, ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ
ਅਤੇ ਵਿਸ਼ਾਲ ਦਾ ਵਿਆਹ ਮੇਰੇ ਪਿਤਾ ਦੀ ਪਸੰਦ ਅਨੁਸਾਰ ਹੋਇਆ ਸੀ। ਮੇਰੇ ਪਿਤਾ ਜੀ ਦੇ ਦਫ਼ਤਰ ਵਿੱਚ ਵਿਸ਼ਾਲ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਵਿਸ਼ਾਲ ਦੀ ਮਿਹਨਤ ਅਤੇ ਲਗਨ ਪਿਤਾ ਨੂੰ ਪਸੰਦ ਸੀ। ਮੈਂ ਆਪਣੇ ਪਿਤਾ ਦੀ ਫੈਕਟਰੀ ਦਾ ਕਾਰੋਬਾਰ ਦੇਖਦੀ ਸੀ। ਮੇਰੇ ਪਿਤਾ ਜੀ ਦਫ਼ਤਰ ਵਿੱਚ ਬੈਠੇ ਕੰਮ ਦੇਖਦੇ ਸੀ। ਮੈਂ ਵੀ ਵਿਸ਼ਾਲ ਨੂੰ ਕਈ ਵਾਰ ਮਿਲੀ ਸੀ, ਪਰ ਉਸ ਸਮੇਂ ਮੈਨੂੰ ਨਹੀਂ ਸੀ ਪਤਾ ਕਿ ਵਿਸ਼ਾਲ ਮੇਰਾ ਜੀਵਨ ਸਾਥੀ ਬਣ ਜਾਏਗਾ। ਜਦੋਂ ਮੇਰੇ ਪਿਤਾ ਜੀ ਦੀ ਤਬੀਅਤ ਵਿਗੜ ਗਈ ਅਤੇ ਮੇਰੇ ਪਿਤਾ ਜੀ ਨੂੰ ਲੱਗਾ ਮੇਰੇ ਵਿਆਹ ਲਈ ਕੋਈ ਮੁੰਡਾ ਦੇਖਣਾ ਚਾਹੀਦਾ, ਜਿਸ ਨਾਲ ਉਹ ਮੇਰਾ ਵਿਆਹ ਕਰਵਾ ਦੇਣ ਤਾਂ ਜੋ ਉਹ ਮੈਨੂੰ ਆਪਣੇ ਘਰ ਹੀ ਰੱਖ ਸਕਣ। ਪਾਪਾ ਨੇ ਮੇਰੇ ਰਿਸ਼ਤਿਆਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹ ਮੈਨੂੰ ਖੁਸ਼ ਦੇਖ ਕੇ ਸਕੂਨ ਪ੍ਰਾਪਤ ਕਰ ਸਕਣ ਤੇ ਆਪਣਾ ਕਾਰੋਬਾਰ ਸੌਖਾ ਸਾਂਭ ਸਕਣ। ਆਪਣੇ ਹੀ ਸਮਾਜ ਵਿੱਚ ਰਿਸ਼ਤੇ ਦੇਖਦਿਆਂ ਕੁਝ ਸਮਾਂ ਬੀਤ ਗਿਆ, ਪਰ ਪਾਪਾ ਨੂੰ ਕੋਈ ਮੁੰਡਾ ਪਸੰਦ ਨਹੀਂ ਆਇਆ, ਕਿਉਂਕਿ ਅਸੀਂ ਬਹੁਤ ਅਮੀਰ ਸਾਂ ਅਤੇ ਸਾਡੇ ਵਰਗੇ ਪਰਿਵਾਰਾਂ ਵਿੱਚ ਬਹੁਤੇ ਮੁੰਡੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲੈਂਦੇ ਹਨ ਜਾਂ ਗਲਤ ਕੰਮਾਂ ਵਿੱਚ ਉਲਝਦੇ ਹਨ। ਪਾਪਾ ਨੇ ਅਚਾਨਕ ਮੇਰੇ ਲਈ ਵਿਸ਼ਾਲ ਨੂੰ ਚੁਣ ਲਿਆ। ਜਦੋਂ ਉਸਨੇ ਮੈਨੂੰ ਵਿਸ਼ਾਲ ਬਾਰੇ ਦੱਸਿਆ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਉਹ ਕਿਸੇ ਵੀ ਤਰ੍ਹਾਂ ਨਾਲ ਸਾਡੇ ਭਾਈਚਾਰੇ ਦਾ ਨਹੀਂ ਸੀ। ਪਰ ਪਿਤਾ ਨੇ ਕਿਹਾ ਕਿ ਬੇਟਾ, ਉਹ ਇੱਕ ਮੱਧ ਵਰਗੀ ਪਰਿਵਾਰ ਵਿੱਚੋਂ ਹੈ ਅਤੇ ਬਹੁਤ ਹੀ ਨੇਕ ਮੁੰਡਾ ਹੈ। ਮੈਨੂੰ ਯਕੀਨ ਹੈ ਕਿ ਉਹ ਤੁਹਾਡੀ ਇੱਜ਼ਤ ਕਰੇਗਾ ਅਤੇ ਖਿਆਲ ਰੱਖੇਗਾ। ਮੈਂ ਚਾਹੁੰਦਾ ਹਾਂ ਕਿ ਤੇਰਾ ਵਿਆਹ ਇਸ ਨਾਲ ਕਰ ਦਿਆਂ। ਮੈਂ ਵਿਸ਼ਾਲ ਤੋਂ ਬਿਹਤਰ ਕਿਸੇ ਨੂੰ ਨਹੀਂ ਸੋਚ ਸਕਦਾ। ਵਿਸ਼ਾਲ ਇੱਕ ਬੁੱਧੀਮਾਨ ਅਤੇ ਮਿਹਨਤੀ ਵਿਅਕਤੀ ਹੈ। ਉਹ ਤੁਹਾਡੇ ਨਾਲ ਮੇਰਾ ਕਾਰੋਬਾਰ ਕਰੇਗਾ ਅਤੇ ਤੁਸੀਂ ਦੋਵੇਂ ਇੱਕ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਨ ਦੇ ਯੋਗ ਹੋਵੋਗੇ। ਮੈਂ ਪਾਪਾ ਦੇ ਇਸ ਕਥਨ 'ਤੇ ਵਿਸ਼ਵਾਸ ਕਰ ਲਿਆ ਸੀ ਕਿ ਵਿਸ਼ਾਲ ਬਹੁਤ ਹੀ ਮਿਹਨਤੀ ਵਿਅਕਤੀ ਹੈ। ਮੈਂ ਉਸ ਨੂੰ ਕੰਪਨੀ ਵਿੱਚ ਬਹੁਤ ਲਗਨ ਨਾਲ ਕੰਮ ਕਰਦੇ ਦੇਖਿਆ ਸੀ। ਪਾਪਾ ਨੂੰ ਵਿਸ਼ਾਲ ਬਾਰੇ ਜੋ ਪਤਾ ਲੱਗਾ ਸੀ, ਉਸ ਅਨੁਸਾਰ ਵਿਸ਼ਾਲ ਦੀ ਮਾਤਾ ਪਿਤਾ ਦੁਨੀਆ ਵਿੱਚ ਨਹੀਂ ਸਨ ਅਤੇ ਉਹ ਆਪਣੇ ਘਰ ਇਕੱਲਾ ਰਹਿੰਦਾ ਸੀ। ਇਸ ਲਈ ਪਾਪਾ ਹੋਰ ਵੀ ਬੇਫਿਕਰ ਹੋ ਗਏ ਕਿ ਉਸ ਨਾਲ ਕਿਸੇ ਦਾ ਕੋਈ ਰਿਸ਼ਤਾ ਨਹੀਂ ਹੈ। ਇਸ ਲਈ ਉਸ ਦਾ ਸਾਰਾ ਸਮਾਂ ਅਤੇ ਪਿਆਰ ਮੇਰੀ ਬੇਟੀ ਲਈ ਰਹੇਗਾ। ਇੱਕ ਦਿਨ ਪਾਪਾ ਨੇ ਮੈਨੂੰ ਮੌਕਾ ਦਿੱਤਾ ਅਤੇ ਵਿਸ਼ਾਲ ਨਾਲ ਸਾਡੇ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਉਹ ਹੈਰਾਨ ਰਹਿ ਗਿਆ। ਮੈਂ ਅਤੇ ਵਿਸ਼ਾਲ ਇੱਕ ਦੂਜੇ ਨੂੰ ਮਿਲੇ। ਸਾਡਾ ਰਿਸ਼ਤਾ ਪੱਕਾ ਹੋ ਗਿਆ ਅਤੇ ਵਿਸ਼ਾਲ ਦੇ ਕਹਿਣ ਅਨੁਸਾਰ ਪਿਤਾ ਜੀ ਨੇ ਮੇਰਾ ਅਤੇ ਉਸ ਦਾ ਵਿਆਹ ਕਰਵਾ ਦਿੱਤਾ। ਵਿਆਹ ਤੋਂ ਬਾਅਦ ਵਿਸ਼ਾਲ ਬੰਗਲੇ ਵਿੱਚ ਆ ਕੇ ਰਹਿਣ ਲੱਗ ਪਏ। ਵਿਸ਼ਾਲ ਮੇਰੀ ਸੰਗਤ ਕਰਕੇ ਬਹੁਤ ਖੁਸ਼ ਹੋਇਆ ਅਤੇ ਪਾਪਾ ਦੀਆਂ ਗੱਲਾਂ ਬਿਲਕੁਲ ਸੱਚ ਸਾਬਤ ਹੋਈਆਂ। ਵਿਸ਼ਾਲ ਨੇ ਪਹਿਲੇ ਦਿਨ ਤੋਂ ਹੀ ਮੇਰਾ ਇੰਨਾ ਚੰਗਾ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਹੈਰਾਨ ਰਹਿ ਜਾਂਦੀ। ਜੇਕਰ ਉਸ ਦੀ ਚੱਲਦੀ ਤਾਂ ਉਹ ਮੈਨੂੰ ਜ਼ਮੀਨ 'ਤੇ ਪੈਰ ਵੀ ਨਾ ਰੱਖਣ ਦਿੰਦਾ। ਵਿਆਹ ਤੋਂ ਬਾਅਦ ਉਹ ਕਹਿਣ ਲੱਗਾ ਕਿ ਤੁਸੀਂ ਘਰ ਆਰਾਮ ਕਰੋ ਅਤੇ ਸਾਰੀ ਕੰਮ ਦੀ ਜ਼ਿੰਮੇਵਾਰੀ ਮੇਰੇ 'ਤੇ ਛੱਡ ਦਿਓ। ਮੈਂ ਪਿਤਾ ਦੇ ਨਾਲ ਨਾਲ ਸਭ ਕੁਝ ਸੰਭਾਲ ਲਵਾਂਗਾ। ਮੈਂ ਲੰਬੇ ਸਮੇਂ ਤੋਂ ਪਿਤਾ ਨਾਲ ਜ਼ਿੰਮੇਵਾਰੀਆਂ ਨਿਭਾ ਰਹੀ ਸੀ ਅਤੇ ਹੁਣ ਮੈਨੂੰ ਕੁਝ ਸ਼ਾਂਤੀ ਚਾਹੀਦੀ ਸੀ। ਉਹ ਬਿਜ਼ਨਸ ਸੰਭਾਲ ਰਿਹਾ ਸੀ ਤੇ ਮੈਂ ਘਰ ਵਿੱਚ ਪੂਰੀ ਤਰ੍ਹਾਂ ਰੁੱਝਿਆ ਕਰਦੀ ਸੀ। ਪਾਪਾ ਪਹਿਲਾਂ ਨਾਲੋਂ ਜ਼ਿਆਦਾ ਬਿਮਾਰ ਹੋ ਰਹੇ ਸਨ। ਉਹ ਵੀ ਵਿਸ਼ਾਲ ਨੂੰ ਸਭ ਕੁਝ ਸੌਂਪ ਦਿੰਦੇ ਸਨ। ਉਹ ਕਦੇ-ਕਦਾਈ ਦਫ਼ਤਰ ਆ ਜਾਂਦੇ ਸਨ ਤੇ ਵਿਸ਼ਾਲ ਨੂੰ ਕੰਮ ਕਰਦੇ ਦੇਖ ਬਹੁਤ ਖੁਸ਼ ਹੁੰਦੇ ਸਨ। ਉਸਨੇ ਸਾਡਾ ਖਿਆਲ ਰੱਖਿਆ। ਕਾਰੋਬਾਰ ਨੂੰ ਬਹੁਤ ਉਚਾਈਆਂ 'ਤੇ ਲਿਜਾਇਆ ਗਿਆ ਸੀ। ਦਿਨ ਬਹੁਤ ਸੋਹਣੇ ਬੀਤ ਰਹੇ ਸਨ ਤੇ ਮੈਂ ਆਪਣੀ ਕਿਸਮਤ ਨਾਲ ਖੁਸ਼ ਸੀ। ਜਦੋਂ ਅੰਜੂ ਸਾਡੀ ਜ਼ਿੰਦਗੀ ਵਿੱਚ ਆਈ ਤਾਂ ਅਸੀਂ 2 ਤੋਂ 3 ਹੋ ਗਏ। ਵਿਸ਼ਾਲ ਰੋਜ਼ਾਨਾ ਵਾਂਗ ਦਫ਼ਤਰ ਜਾਂਦਾ ਤੇ ਮੈਂ ਘਰ ਦਾ ਕੰਮ ਦੇਖਦੀ। ਕਦੇ-ਕਦੇ ਅੰਜੂ ਦੇ ਕਮਰੇ ਵਿੱਚ ਬੈਠ ਜਾਂਦੀ, ਉਸ ਨਾਲ ਵੀ ਜਾ ਕੇ ਗੱਲ ਕਰਦੀ, ਲੇਕਿਨ ਉਹ ਬਹੁਤ ਘੱਟ ਗੱਲ ਕਰਦੀ ਸੀ। ਪਰ ਮੈਨੂੰ ਉਸ ਦੀਆਂ ਆਦਤਾਂ ਅਤੇ ਸੁਭਾਅ ਬਹੁਤ ਪਸੰਦ ਸੀ। ਜਦੋਂ ਮੈਂ ਉਸ ਦੇ ਕਮਰੇ ਵਿੱਚ ਜਾਂਦੀ ਤਾਂ ਉਹ ਚੁੱਪਚਾਪ ਮੇਰੀ ਗੱਲ ਸੁਣਦੀ ਲੇਕਿਨ ਬੋਲਦੀ ਨਾ। ਸ਼ਾਇਦ ਉਸ ਨੂੰ ਹਾਲਾਤ ਕਾਰਨ ਉਸ ਨੂੰ ਬਹੁਤ ਤਕਲੀਫ ਹੋਈ ਸੀ ਅਤੇ ਮੈਂ ਉਸ ਦੀਆਂ ਅੱਖਾਂ ਵਿੱਚ ਤਕਲੀਫ ਦੇਖ ਸਕਦੀ ਸੀ। ਇੱਕ ਦਿਨ ਜਦੋਂ ਵਿਸ਼ਾਲ ਦਫ਼ਤਰ ਤੋਂ ਵਾਪਸ ਆਇਆ ਤਾਂ ਪਹਿਲਾਂ ਅੰਜੂ ਦੇ ਕਮਰੇ ਵਿੱਚ ਗਿਆ ਅਤੇ ਕੁਝ ਦੇਰ ਬਾਅਦ ਅੰਜੂ ਦੇ ਕਮਰੇ ਰਾਹੀਂ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਤੁਸੀਂ ਅੰਜੂ ਦੇ ਕਮਰੇ ਵਿੱਚ ਨਾ ਜਾਇਆ ਕਰੋ। ਉਸ ਨੂੰ ਕੁਝ ਸਮੇਂ ਲਈ ਇਕੱਲਾ ਛੱਡ ਦਿਓ। ਉਹ ਆਪਣੇ ਆਪ ਹੀ ਆਪਣੇ ਦੁੱਖ ਤੋਂ ਬਾਹਰ ਆ ਜਾਵੇਗੀ ਅਤੇ ਉਸ ਨੂੰ ਆਪਣੇ ਦੁੱਖ ਬਾਰੇ ਕਿਸੇ ਨਾਲ ਗੱਲ ਕਰਨੀ ਚੰਗੀ ਨਹੀਂ ਲੱਗਦੀ। ਉਹ ਪਰੇਸ਼ਾਨ ਹੋ ਗਈ ਹੈ ਅਤੇ ਇੱਥੋਂ ਜਾਣ ਦੀ ਗੱਲ ਕਰਦੀ ਹੈ। ਇਹ ਸੁਣ ਕੇ ਮੈਨੂੰ ਚਿੰਤਾ ਹੋ ਗਈ ਕਿ ਵਿਸ਼ਾਲ ਮੈਨੂੰ ਗਲਤ ਸਮਝ ਸਕਦਾ ਹੈ। ਇਸ ਲਈ ਮੈਂ ਉਸ ਨੂੰ ਕਿਹਾ, ਮੈਂ ਅੰਜੂ ਦੇ ਕਮਰੇ ਵਿੱਚ ਨਹੀਂ ਜਾਵਾਂਗੀ। ਉਹ ਹੱਥ ਜੋੜ ਕੇ ਕਹਿਣ ਲੱਗਾ ਕਿ ਮੈਂ ਜਾਣਦਾ ਹਾਂ ਪ੍ਰੀਗਿਆ, ਤੇਰੀ ਨੀਅਤ ਬਹੁਤ ਸ਼ੁੱਧ ਹੋਵੇਗੀ, ਪਰ ਇਸ ਸਮੇਂ ਉਹ ਇਕਾਂਤ ਚਾਹੁੰਦੀ ਹੈ, ਇਸ ਲਈ ਉਸ ਨੂੰ ਇਕੱਲੇ ਰਹਿਣ ਦਿਓ। ਮੈਂ ਵਿਸ਼ਾਲ ਨਾਲ ਵਾਅਦਾ ਕੀਤਾ ਕਿ ਮੈਂ ਕੋਲ ਨਹੀਂ ਜਾਵਾਂਗੀ। ਵੈਸੇ ਵੀ ਇਨ੍ਹਾਂ ਦਿਨਾਂ ਵਿੱਚ ਮੇਰੇ ਕੋਲ ਬਹੁਤ ਕੰਮ ਸੀ। ਮੈਂ ਰਾਤ ਨੂੰ ਜਲਦੀ ਸੌਣਾ ਸ਼ੁਰੂ ਕਰ ਦਿੱਤਾ ਅਤੇ ਸਵੇਰੇ ਬਹੁਤ ਦੇਰ ਨਾਲ ਅੱਖ ਖੁੱਲ੍ਹਦੀ।
ਇੱਕ ਰਾਤ ਜਦੋਂ ਮੈਂ ਨੀਂਦ ਤੋਂ ਜਾਗੀ ਤਾਂ ਵਿਸ਼ਾਲ ਬਿਸਤਰ 'ਤੇ ਨਹੀਂ ਸੀ। ਮੈਂ ਘਰ ਵਿੱਚ ਦੇਖਣਾ ਸ਼ੁਰੂ ਕੀਤਾ, ਲੇਕਿਨ ਨਹੀਂ ਮਿਲਿਆ। ਅਚਾਨਕ ਮੈਂ ਵਿਸ਼ਾਲ ਨੂੰ ਅੰਜੂ ਦੇ ਕਮਰੇ ਤੋਂ ਬਾਹਰ ਜਾਂਦੇ ਦੇਖਿਆ। ਮੈਂ ਹੈਰਾਨ ਸੀ ਕਿ ਵਿਸ਼ਾਲ ਅੱਧੀ ਰਾਤ ਨੂੰ ਅੰਜੂ ਦੇ ਕਮਰੇ ਵਿੱਚ ਕੀ ਕਰ ਰਿਹਾ ਸੀ, ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਉਹ ਉਸ ਨੂੰ ਮਿਲਣ ਗਿਆ ਹੋਵੇਗਾ। ਮੈਂ ਵਿਸ਼ਾਲ ਨੂੰ ਕੁਝ ਨਹੀਂ ਕਿਹਾ। ਉਸ ਤੋਂ ਪਹਿਲਾਂ ਉਹ ਮੇਰੇ ਵੱਲ ਦੇਖਦਾ, ਮੈਂ ਕਮਰੇ ਵਿੱਚ ਆ ਕੇ ਸੌਣ ਲਈ ਲੇਟ ਗਈ। ਇਹ ਸਿਲਸਿਲਾ ਰਾਤ ਨੂੰ ਅਕਸਰ ਹੁੰਦਾ ਰਿਹਾ। ਜਦੋਂ ਮੈਂ ਅੱਧੀ ਰਾਤ ਅੱਖ ਖੋਲ੍ਹਦੀ, ਵਿਸ਼ਾਲ ਕਮਰੇ ਵਿੱਚ ਮੌਜੂਦ ਨਹੀਂ ਹੁੰਦਾ। ਮੈਂ ਇਹ ਨਹੀਂ ਸਮਝ ਪਾ ਰਹੀ ਸੀ ਕਿ ਵਿਸ਼ਾਲ ਲਈ ਅੱਧੀ ਰਾਤ ਨੂੰ ਆਪਣੀ ਭੈਣ ਦੇ ਕਮਰੇ ਵਿੱਚ ਜਾਣਾ ਜ਼ਰੂਰੀ ਹੈ, ਜਦ ਕਿ ਦਫ਼ਤਰ ਤੋਂ ਆਉਂਦੇ ਹੀ ਆਪਣੀ ਭੈਣ ਦੇ ਕਮਰੇ ਵਿੱਚ ਚਲਾ ਜਾਂਦਾ ਹੈ। ਇੱਕ ਰਾਤ ਅਜਿਹਾ ਹੋਇਆ ਕਿ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਫਿਰ ਤੋਂ ਵਿਸ਼ਾਲ ਕਮਰੇ ਵਿੱਚ ਮੌਜੂਦ ਨਹੀਂ ਸੀ। ਮੈਂ ਆਪਣੇ ਕਮਰੇ ਤੋਂ ਬਾਹਰ ਆ ਗਈ। ਜਦੋਂ ਮੈਂ ਅੰਜੂ ਦੇ ਦਰਵਾਜ਼ੇ ਕੋਲ ਪਹੁੰਚੀ ਤਾਂ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ ਅਤੇ ਮੈਨੂੰ ਅੰਦਰ ਕੁਝ ਦਿਖਾਈ ਦੇ ਰਿਹਾ ਸੀ। ਇਹ ਨਜ਼ਾਰਾ ਦੇਖ ਮੇਰਾ ਦਿਮਾਗ ਹਿੱਲ ਗਿਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਵਿਸ਼ਾਲ ਆਪਣੀ ਭੈਣ ਨਾਲ ਅੱਧੀ ਰਾਤ ਨੂੰ ਅਜਿਹਾ ਕੰਮ ਕਰ ਸਕਦਾ ਹੈ। ਮੇਰੇ ਲਈ ਆਪਣੇ ਪੈਰਾਂ ਉੱਤੇ ਖੜਾ ਹੋਣਾ ਮੁਸ਼ਕਲ ਹੋ ਗਿਆ ਸੀ। ਅੰਦਰੋਂ ਆ ਰਹੀ ਆਵਾਜ਼ ਨੇ ਮੇਰੇ ਬੋਲਣ ਦੀ ਤਾਕਤ ਹੀ ਖੋਹ ਲਈ। ਵਿਸ਼ਾਲ ਨੇ ਅੰਜੂ ਨੂੰ ਫੜ ਲਿਆ ਸੀ ਅਤੇ ਉਸ ਦੀ ਛਾਤੀ ਕੋਲ ਬੈਠ ਕੇ ਉਸ ਨੂੰ ਪਿਆਰ ਕਰ ਰਿਹਾ ਸੀ। ਪਰ ਇਸ ਤਰ੍ਹਾਂ ਕਿਸੇ ਦੀ ਹਾਲਤ ਵਿੱਚ ਭੈਣ ਭਰਾ ਵਿਚਕਾਰ ਪਿਆਰ ਨਹੀਂ ਹੋ ਸਕਦਾ। ਮੈਂ ਉਹਨਾਂ ਨੂੰ ਜਿਸ ਸਥਿਤੀ ਵਿੱਚ ਦੇਖਿਆ, ਉਸ ਨੂੰ ਤਸਵੀਰ ਵਿੱਚ ਬਿਆਨ ਕਰਨਾ ਸੰਭਵ ਨਹੀਂ ਸੀ। ਪਰ ਵਿਸ਼ਾਲ ਅਤੇ ਅੰਜੂ ਦੇ ਸ਼ਬਦਾਂ ਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਕੱਢ ਦਿੱਤੀ ਅਤੇ ਉਹਨਾਂ ਦੇ ਰਿਸ਼ਤੇ ਦੀ ਅਸਲੀਅਤ ਖੁੱਲ੍ਹ ਕੇ ਸਾਹਮਣੇ ਆਈ। ਅੰਜੂ ਕਹਿ ਰਹੀ ਸੀ ਕਿ ਅਸੀਂ ਹੋਰ ਕਿੰਨੇ ਦਿਨ ਇਸ ਭੈਣ ਭਰਾ ਵਾਂਗ ਰਹਾਂਗੇ। ਕਦੋਂ ਤੱਕ ਭੈਣ ਭਰਾ ਹੋਣ ਦਾ ਡਰਾਮਾ ਕਰਦੇ ਰਹਾਂਗੇ। ਪ੍ਰਗਿਆ ਨੂੰ ਦੇਖ ਕੇ ਮੇਰਾ ਲਹੂ ਉਬਲਣ ਲੱਗ ਪੈਂਦਾ ਹੈ ਅਤੇ ਵਿਸ਼ਾਲ ਆਖਦਾ, ਹੁਣ ਮੇਰਾ ਦਿਲ ਚਾਹੁੰਦਾ ਹੈ ਕਿ ਉਸ ਨੂੰ ਸਾਡੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਦੇਵਾਂ। ਵਿਸ਼ਾਲ ਅੰਜੂ ਨਾਲ ਗੱਲ ਕਰ ਰਿਹਾ ਸੀ ਕਿ ਇਸ ਲਈ ਮੈਂ ਪ੍ਰਗਿਆ ਨੂੰ ਤੁਹਾਡੇ ਕਮਰੇ ਵਿੱਚ ਆਉਣ ਤੋਂ ਰੋਕਿਆ। ਮੈਨੂੰ ਡਰ ਹੈ ਕਿ ਕੁਝ ਪਤਾ ਹੀ ਨਾ ਲੱਗ ਜਾਵੇ। ਮੈਂ ਬਸ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਹਾਂ। ਬਸ ਕੁਝ ਦਿਨ ਹੋਰ ਸਹਿਣ ਕਰੋ, ਫਿਰ ਪ੍ਰਗਿਆ ਅਤੇ ਉਸ ਦੇ ਪਿਤਾ ਦੀ ਕਹਾਣੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਅਤੇ ਅਸੀਂ ਦੋਵੇਂ ਆਪਣੀ ਪੂਰੀ ਜ਼ਿੰਦਗੀ ਇਸ ਆਲੀਸ਼ਾਨ ਬੰਗਲੇ ਵਿੱਚ ਬਤੀਤ ਕਰ ਸਕਾਂਗੇ। ਮੈਨੂੰ ਪਤਾ ਸੀ ਕਿ ਮੇਰੇ ਅਤੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਭ ਕੁਝ ਆਪਣੇ ਆਪ ਹੀ ਉਸ ਦੇ ਹਵਾਲੇ ਹੋ ਜਾਵੇਗਾ। ਇਸ ਲਈ ਉਹ ਸਾਡੇ ਸਾਹਮਣੇ ਚੰਗਾ ਹੋਣ ਦਾ ਦਿਖਾਵਾ ਕਰਦਾ ਸੀ। ਮੈਨੂੰ ਬਹੁਤ ਚੱਕਰ ਆਉਣੇ ਸ਼ੁਰੂ ਹੋ ਗਏ ਸਨ। ਮੈਂ ਲੰਬੇ ਸਮੇਂ ਤੋਂ ਆਪਣੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰ ਰਹੀ ਸੀ, ਕਿਉਂਕਿ ਵਿਸ਼ਾਲ ਮੈਨੂੰ ਅਤੇ ਮੇਰੇ ਪਿਤਾ ਦੇ ਕਾਫੀ ਵਿੱਚ ਇੱਕ ਅਜਿਹਾ ਜ਼ਹਿਰ ਪਾਉਂਦਾ ਸੀ ਜੋ ਹੌਲੀ-ਹੌਲੀ ਸਰੀਰ ਨੂੰ ਕਮਜ਼ੋਰ ਕਰਕੇ ਬਿਮਾਰ ਕਰਦਾ ਸੀ ਤੇ ਉਸ ਬਿਮਾਰੀ ਕਾਰਨ ਮੌਤ ਹੋ ਜਾਣੀ ਸੀ। ਇਹ ਗੱਲ ਵੀ ਮੈਨੂੰ ਪਤਾ ਚੱਲ ਚੁੱਕੀ ਸੀ। ਮੈਂ ਸਾਰੀ ਰਾਤ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕ ਕੇ ਰੱਖੇ ਸਨ। ਮੈਂ ਵਿਸ਼ਾਲ ਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ। ਮੈਂ ਉਸ ਨੂੰ ਦਿਲੋਂ ਆਪਣਾ ਸਮਝਦੀ ਸੀ, ਪਰ ਉਸਨੇ ਮੇਰਾ ਭਰੋਸਾ ਤੋੜ ਦਿੱਤਾ ਸੀ। ਸਵੇਰ ਹੁੰਦੇ ਹੀ ਵਿਸ਼ਾਲ ਦਫ਼ਤਰ ਲਈ ਰਵਾਨਾ ਹੋ ਗਿਆ ਅਤੇ ਮੌਕਾ ਦੇਖ ਕੇ ਮੈਂ ਐਸਐਚਓ ਨੂੰ ਫੋਨ ਡਾਇਲ ਕੀਤਾ, ਜੋ ਮੇਰੇ ਪਿਤਾ ਦਾ ਦੋਸਤ ਸੀ। ਮੈਂ ਪਰੇਸ਼ਾਨ ਹੋ ਗਈ ਅਤੇ ਉਸ ਨੂੰ ਸਾਰੀ ਸੱਚਾਈ ਦੱਸੀ। ਉਸਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਸਭ ਕੁਝ ਠੀਕ ਕਰ ਦੇਵੇਗਾ ਅਤੇ ਥੋੜੇ ਸਮੇਂ ਵਿੱਚ ਉਹ ਕੁਝ ਪੁਲਿਸ ਵਾਲਿਆਂ ਨਾਲ ਸਾਡੇ ਘਰ ਆਇਆ ਅਤੇ ਸਭ ਤੋਂ ਪਹਿਲਾਂ ਅੰਜੂ ਨੂੰ ਅੰਦਰ ਬੰਦ ਕਰ ਦਿੱਤਾ। ਉਹਨਾਂ ਨੇ ਕੌਫੀ ਦੇ ਜਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਨੂੰ ਟੈਸਟ ਕਰਨ ਲਈ ਭੇਜ ਦਿੱਤਾ ਤਾਂ ਕਿ ਇਹ ਸਾਬਤ ਹੋ ਸਕੇ ਕਿ ਵਿਸ਼ਾਲ ਨੇ ਮੈਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਲੇਡੀ ਕਾਂਸਟੇਬਲ ਨੂੰ ਬੁਲਾਇਆ ਗਿਆ ਅਤੇ ਅੰਜੂ ਤੋਂ ਵੀ ਪੁੱਛਗਿੱਛ ਕੀਤੀ ਗਈ ਤਾਂ ਉਹ ਵੀ ਤੋਤੇ ਵਾਂਗ ਸੱਚ ਬੋਲਣ ਲੱਗੀ। ਉਹ ਸਾਰਾ ਸੱਚ ਸਾਹਮਣੇ ਲੈ ਆਈ। ਉਸਨੇ ਸਾਰਾ ਸੱਚ ਦੱਸਦੇ ਹੋਏ ਕਿਹਾ ਕਿ ਵਿਸ਼ਾਲ ਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਮੇਰੇ ਲਈ ਰਿਸ਼ਤਾ ਲੱਭ ਰਹੇ ਸਨ। ਇਸ ਲਈ ਉਸਨੇ ਬਹੁਤ ਮਿਹਨਤ ਕੀਤੀ ਤਾਂ ਕਿ ਉਹ ਮੇਰੇ ਪਿਤਾ ਦੀ ਨਜ਼ਰ 'ਚ ਇੱਕ ਕਾਬਲ ਇਨਸਾਨ ਸਾਬਤ ਹੋਵੇ ਅਤੇ ਉਹ ਆਪਣੀ ਬੇਟੀ ਦਾ ਰਿਸ਼ਤਾ ਮੇਰੇ ਨਾਲ ਕਰ ਦੇਣ, ਜਿਸ ਨਾਲ ਸਾਰੀ ਦੌਲਤ ਕਬਜ਼ੇ ਵਿੱਚ ਜਾਂਦੇ ਸਾਰ ਉਹਨਾਂ ਨੂੰ ਮਾਰ ਕੇ ਆਪਣੀ ਪਹਿਲੀ ਵਾਈਫ ਨਾਲ ਰਹਿ ਸਕੇ, ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਇਹ ਸੱਚ ਸੁਣ ਕੇ ਪੁਲਿਸ ਵੀ ਹੈਰਾਨ ਸੀ। ਸਭ ਕੁਝ ਸੱਚ ਸਾਬਤ ਹੋ ਗਿਆ ਅਤੇ ਤੁਰੰਤ ਅੰਜੂ ਅਤੇ ਵਿਸ਼ਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਹੁਣ ਜੇਲ੍ਹ ਵਿੱਚ ਜ਼ਿੰਦਗੀ ਕੱਟ ਰਹੇ ਹਨ। ਮੈਂ ਅਤੇ ਪਾਪਾ ਨੇ ਨਵੇਂ ਸਿਰੇ ਤੋਂ ਕਾਰੋਬਾਰ ਨੂੰ ਦੇਖਣ ਲੱਗੇ। ਇਹ ਸਬਕ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸੀ ਕਿ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਹੁਲੀਆ ਦੇਖ ਕੇ ਯਕੀਨ ਨਾ ਕਰੋ। ਪਤਾ ਨਹੀਂ ਉਹ ਕਿਹੜੀ ਚੋਟੀ ਦਾ ਖਿਡਾਰੀ ਹੋਵੇ। ਸੋ ਗਾਈਜ਼, ਇਹ ਸਟੋਰੀ ਕਿਵੇਂ ਲੱਗੀ? ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਜੇਕਰ ਤੁਸੀਂ ਆਪਣੀ ਕੋਈ ਸਟੋਰੀ ਪੋਸਟ ਕਰਾਉਣਾ ਚਾਹੁੰਦੇ ਹੋ
ਤਾਂ ਸਾਨੂੰ ਈਮੇਲ ਜਾਂ ਫਿਰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਸਟੋਰੀ 'ਚ। ਧੰਨਵਾਦ।